ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਨੇ ਸਾਨੂੰ ਦੋ ਅੱਖਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਦਿੱਤੀਆਂ ਹਨ। ਜੀਭ ਬਾਣੀ ਪੜਨ ਨੂੰ ਦਿੱਤੀ ਹੈ ਤੇ ਕੰਨ ਬਾਣੀ ਦਾ ਰਸ ਮਾਣਨ ਲਈ ਦਿੱਤੇ ਹਨ। ਹੱਥ ਸਾਨੂੰ ਕਿਰਤ ਕਰਨ ਲਈ ਦਿੱਤੇ ਹਨ। ਪੈਰ ਗੁਰੂ ਘਰ ਜਾਣ ਵਾਸਤੇ ਦਿੱਤੇ ਹਨ ਤੇ ਸਾਡੇ ਸਰੀਰ ਵਿੱਚ ਇੱਕ ਪਵਿੱਤਰ ਆਤਮਾ ਪਾਈ ਹੈ ਚੰਗੇ ਕਰਮ ਕਰਨ ਵਾਸਤੇ ਕਿ ਅਸੀਂ ਅੰਮ੍ਰਿਤ ਵੇਲਾ ਸਾਂਭੀਏ, ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੀਏ, ਗੁਰੂ ਘਰ ਦੇ ਦਰਸ਼ਨ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਓਟ ਆਸਰਾ ਰਹੀਏ। ਇਸੇ ਤਰ੍ਹਾਂ ਹੀ ਜਗਦੀ ਜੋਤ ਬਾਬਾ ਹਰਨਾਮ ਸਿੰਘ ਜੀ ਦੀ ਜੀਵਨੀ ਨੂੰ ਪੜ੍ਹ ਕੇ ਸੁਣ ਕੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀ ਸੇਧ ਮਿਲਦੀ ਹੈ। ਰੱਬ ਦੀ ਕਿਸ ਤਰ੍ਹਾਂ ਭਗਤੀ ਕਰਨੀ ਹੈ ਇਸ ਦੀ ਜਾਂਚ ਮਿਲਦੀ ਹੈ। ਮਨ ਵਿੱਚ ਉਤਸ਼ਾਹ ਆਉਂਦਾ ਹੈ ਬਾਣੀ ਪੜ੍ਹਨ ਦਾ। ਇਸੇ ਤਰ੍ਹਾਂ ਹੀ ਇੱਕ ਵਾਰ ਬਾਬਾ ਜੀ ਡਾਕਟਰ ਦੇ ਪਾਸ ਗਏ ਜੋ ਕਿ ਬਹੁਤ ਸਾਰੇ ਲੋਕਾਂ ਨੂੰ ਰੱਬ ਵੱਲੋਂ ਹਟਾ ਕੇ ਗਲਤ ਪਾਸੇ ਪਾ ਰਿਹਾ ਸੀ। ਉਸ ਨੂੰ ਸਹੀ ਸੇਧ ਦੇਣ ਵਾਸਤੇ ਡਾਕਟਰ ਨਾਲ ਬਾਬਾ ਜੀ ਦੀ ਬਹੁਤ ਜ਼ਿਆਦਾ ਬਹਿਸ ਹੋਈ ਤੇ ਡਾਕਟਰ ਕਹਿਣ ਲੱਗਾ ਕਿ ਰੱਬ ਨੂੰ ਕਿਸੇ ਨੇ ਪ੍ਰਤੱਖ ਦੇਖਿਆ ਹੀ ਨਹੀਂ ਹੈ ਤਾਂ ਕੋਈ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਰੱਬ ਹੈ। ਤੇ ਬਾਬਾ ਜੀ ਕਹਿਣ ਲੱਗੇ ਕਿ ਉਹ ਤੁਸੀਂ ਕਿਸ ਤਰ੍ਹਾਂ ਗਰੰਟੀ ਲੈ ਸਕਦੇ ਹੋ ਕਿ ਰੱਬ ਨਹੀਂ ਹੈ। ਤੇ ਬਾਬਾ ਜੀ ਨੇ ਡਾਕਟਰਸ ਨੂੰ ਕਿਹਾ ਕਿ ਸੁਣੋ, ਜੇਕਰ ਦੇਖਣ ਦੀ ਹੀ ਗੱਲ ਹੈ ਤਾਂ ਸਾਰੀ ਦੁਨੀਆ ਨੂੰ ਨੀਂਦ ਵੀ ਆਉਂਦੀ ਹੈ, ਭੁੱਖ ਵੀ ਲੱਗਦੀ ਹੈ, ਖੁਸ਼ੀ ਗਮੀ ਵੀ ਵਿਆਪਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਵੀ ਹਰ ਮਨੁੱਖ ਨੂੰ ਵਿਆਪਦੇ ਹਨ। ਪਰ ਜੇਕਰ ਆਪਾਂ ਉਸ ਮਨੁੱਖ ਨੂੰ ਜਿਸ ਨੂੰ ਨੀਂਦ ਆਈ ਹੋਵੇ ਪੁੱਛੀਏ ਕਿ ਵਿਖਾ ਭਾਈ ਤੈਨੂੰ ਨੀਂਦ ਕਿੰਨੀ ਕੁ ਆਈ ਹੈ, ਜਾਂ ਭੁੱਖੇ ਨੂੰ ਪੁੱਛੀਏ ਕਿ ਦਿਖਾ ਤੈਨੂੰ ਭੁੱਖ ਕਿੱਥੇ ਲੱਗੀ ਹੈ, ਉਹ ਸਾਡੇ ਪ੍ਰਥਾਏ ਕੀ ਅੰਦਾਜ਼ਾ ਲਗਾਏਗਾ ਕਿ ਇਹ ਪੁੱਛਣ ਵਾਲਾ ਵਿਅਕਤੀ ਕਿੰਨਾ ਕੁ ਅਕਲ ਦਾ ਮਾਲਕ ਹੈ। ਹਰ ਮਨੁੱਖ ਸੌਂਦਾ ਵੀ ਹੈ, ਭੁੱਖ ਦੇ ਦੁੱਖ ਨੂੰ ਵੀ ਮਹਿਸੂਸ ਕਰਦਾ ਹੈ, ਖੁਸ਼ੀ ਗਮੀ ਵਿੱਚ ਵੀ ਵਿਚਰਦਾ ਹੈ। ਪਰ ਸੰਸਾਰ ਦਾ ਕੋਈ ਵੀ ਸਿਆਣੇ ਤੋਂ ਸਿਆਣਾ ਖੋਜੀ ਮਨੁੱਖ ਦੀ ਇਹ ਨਹੀਂ ਦੱਸ ਸਕਿਆ ਕਿ ਨੀਂਦ ਦਾ ਕੀ ਸਰੂਪ ਹੈ, ਉਸ ਦਾ ਕੱਦ ਕਾਠ ਰੂਪ ਰੰਗ ਕਿਹੋ ਜਿਹਾ ਹੈ। ਇਸੇ ਪ੍ਰਕਾਰ ਖੁਸ਼ੀ ਗਮੀ ਅਤੇ ਭੁੱਖ ਇਤਿਆਦਿਕ ਵੀ ਕੇਵਲ ਅਨੁਭਵ ਹੀ ਕੀਤੇ ਜਾ ਸਕਦੇ ਹਨ ਜਾਂ ਉਸ ਅਨੁਭਵ ਦਾ ਥੋੜਾ ਬਹੁਤਾ ਪ੍ਰਗਟਾਵਾ ਕੀਤਾ ਜਾ ਸਕਦਾ ਹੈ, ਜਾਂ ਉਸ ਅਨੁਭਵ ਦਾ ਥੋੜਾ ਪ੍ਰਗਟਾਵਾ ਕਰਕੇ ਵੀ ਉਸ ਨੂੰ ਅਸੀਂ ਦੱਸ ਸਕਦੇ ਹਾਂ ਕਿ ਇਸ ਵਿੱਚ ਵਿਚਰ ਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਡਾਕਟਰ ਸਾਹਿਬ ਦੇਖੋ, ਸਾਇੰਸ ਕਿੰਨੀ ਤਰੱਕੀ ਕਰ ਗਈ ਹੈ। ਸਾਇੰਸਦਾਨਾਂ ਨੇ ਖੂਨ ਦੇ ਦੌਰੇ ਨੂੰ ਮਾਪਣ ਦੇ ਅਤੇ ਗਰਮੀ ਸਰਦੀ ਨੂੰ ਮਾਪਣ ਦੇ ਯੰਤਰ ਬਣਾ ਲਏ ਹਨ, ਪਰ ਅੱਜ ਤੱਕ ਕੋਈ ਵੀ ਸਾਇੰਸਦਾਨ ਪਰਮੇਸ਼ਵਰ ਦੀ ਸੂਖਮ ਹੋਂਦਾਂ ਨੂੰ ਨਾਪਣ ਦਾ ਕੋਈ ਵੀ ਯੰਤਰ ਨਹੀਂ ਬਣਾ ਸਕਿਆ। ਨਾ ਤਾਂ ਭੁੱਖ ਨੂੰ ਨਾਪਿਆ ਜਾ ਸਕਦਾ ਹੈ, ਨਾ ਨੀਂਦ ਨੂੰ, ਅਤੇ ਨਾ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਨੂੰ। ਕਦੀ ਕਿਸੇ ਨੇ ਇਹਨਾਂ ਦਾ ਸਰੂਪ ਨਹੀਂ ਦੇਖਿਆ ਅਤੇ ਨਾ ਹੀ ਇਹਨਾਂ ਦੀ ਕਿਸੇ ਜੀਵ ਵਿੱਚ ਕਿੰਨੀ ਕੁ ਹੋਂਦ ਹੈ ਨੂੰ ਮਾਪਿਆ ਜਾ ਸਕਦਾ ਹੈ। ਭਾਵੇਂ ਇਹ ਸਾਰੀ ਹੀਆਂ ਜੂਨਾਂ ਨੂੰ ਵਿਆਪਦੇ ਹਨ, ਕੇਵਲ ਤੇ ਕੇਵਲ ਉਹ ਮਨੁੱਖ ਦਾ ਜੀਵ ਜਿਸ ਨੂੰ ਇਹ ਵਿਆਪਦੇ ਹਨ ਭਾਵ ਅਨੁਭਵ ਹੀ ਕਰ ਸਕਦਾ ਹੈ। ਡਾਕਟਰ ਹੁਣੀ ਬਾਬਾ ਜੀ ਦੇ ਵਿਚਾਰਾਂ ਨੂੰ ਬੜੇ ਧਿਆਨ ਨਾਲ ਸੁਣ ਰਹੇ ਸਨ ਤੇ ਉਹਨਾਂ ਦੇ ਮਨ ਤੇ ਇਸ ਦਾ ਗਹਿਰਾ ਪ੍ਰਭਾਵ ਪਿਆ ਸੀ। ਬਾਬਾ ਜੀ ਨੇ ਹੋਰ ਫਰਮਾਇਆ ਕਿ ਡਾਕਟਰ ਸਾਹਿਬ ਦੇਖੋ, ਸਾਡੇ ਦੇਖਦਿਆਂ ਸਿਆਣੇ ਲੋਕਾਂ ਨੇ ਬਿਜਲੀ ਨੂੰ ਪ੍ਰਗਟ ਕਰ ਲਿਆ ਅਤੇ ਇਸ ਬਿਜਲੀ ਤੋਂ ਕਿੰਨੇ ਸੁੱਖ ਆਰਾਮ ਲਈ ਜਾ ਰਹੇ ਹਨ। ਬਿਜਲੀ ਦੀ ਹੱਦ ਤਾਂ ਪਹਿਲਾਂ ਵੀ ਬਿਜਲੀ ਦੀ ਹੋਂਦ ਸੀ ਇਸ ਸੰਸਾਰ ਤੇ, ਪਰ ਕੇਵਲ ਅਗਿਆਨਤਾ ਕਾਰਨ ਅਸੀਂ ਇਸ ਅਥਾਹ ਸ਼ਕਤੀ ਤੋਂ ਲਾਭ ਨਹੀਂ ਲੈ ਸਕੇ। ਕੁਝ ਸਾਇੰਸਦਾਨਾਂ ਨੇ ਇਹ ਸੂਖਮ ਬਿਜਲੀ ਜੋ ਅੱਖਾਂ ਨਾਲ ਅਸੀਂ ਦੇਖ ਰਹੇ ਹਾਂ ਨੂੰ ਪ੍ਰਗਟ ਕਰਨ ਦਾ ਸਾਧਨ ਸਾਡੇ ਸਾਹਮਣੇ ਲਿਆ ਰੱਖਿਆ। ਸਰਕਾਰ ਨੇ ਉਹਨਾਂ ਵਿਗਿਆਨੀਆਂ ਦੀਆਂ ਹਦਾਇਤਾਂ ਅਨੁਸਾਰ ਵੱਡੇ
ਪਲਾਂਟ ਲਗਾ ਦਿੱਤੇ। ਉਹਨਾਂ ਨੂੰ ਚਲਾਉਣ ਵਾਸਤੇ ਡੈਮਾਂ ਰਾਹੀਂ ਪਾਣੀ ਦੀ ਵਰਤੋਂ ਕੀਤੀ ਗਈ। ਜਦ ਪਾਣੀ ਦੀ ਤਾਕਤ ਨਾਲ ਉਹ ਪਲਾਂਟ ਚੱਲੇ ਤਾਂ ਬਿਜਲੀ ਪ੍ਰਗਟ ਹੋ ਗਈ। ਜੇ ਭਲਾ ਉਹਨਾਂ ਸਾਇੰਸਦਾਨਾਂ ਜਿਨ੍ਹਾਂ ਨੇ ਅਨੇਕਾਂ ਤਜਰਬੇ ਕਰਕੇ ਬਿਜਲੀ ਪੈਦਾ ਕਰਨ ਦੀਆਂ ਕਾਢਾਂ ਕੱਢੀਆਂ ਦੀਆਂ ਹਦਾਇਤਾਂ ਨੂੰ ਅਣਗਹਿਲਿਆਂ ਹੀ ਕਰ ਦਿੱਤਾ ਜਾਂਦਾ, ਉਹਨਾਂ ਦੇ ਦੱਸੇ ਅਨੁਸਾਰ ਅਮਲ ਨਾ ਕੀਤਾ ਜਾਂਦਾ, ਤਾਂ ਬਿਜਲੀ ਦੀ ਸ਼ਕਤੀ ਪ੍ਰਤੱਖ ਰੂਪ ਵਿੱਚ ਕਦੇ ਵੀ ਸਾਹਮਣੇ ਨਾ ਆਉਂਦੀ। ਇਸੇ ਤਰ੍ਹਾਂ ਜੇ ਅਸੀਂ ਪਰਮੇਸ਼ਵਰ ਦੀ ਸ਼ਕਤੀ ਰੂਪ ਹੋ ਕੇ ਸਾਰਿਆਂ ਵਿੱਚ ਵਰਤ ਰਿਹਾ ਹੈ, ਉਸ ਦੀ ਹੋਂਦ ਨੂੰ ਖਤਮ ਕਰਨਾ ਲੋਚਦੇ ਹਾਂ ਅਤੇ ਉਸ ਪਰਮ ਸ਼ਕਤੀ ਪਾਸੋਂ ਜੇਕਰ ਸੁੱਖ ਮੰਨਣਾ ਚਾਹੁੰਦੇ ਹਾਂ, ਤਾਂ ਸਾਨੂੰ ਉਹਨਾਂ ਦੀ ਅਗਵਾਈ ਅਨੁਸਾਰ ਚੱਲਣਾ ਪਵੇਗਾ, ਜਿਨ੍ਹਾਂ ਨੇ ਮਿਹਨਤਾਂ ਮੁਸ਼ੱਕਤਾਂ ਝਾਗ ਕੇ ਉਸ ਨੂੰ ਪ੍ਰਗਟ ਕੀਤਾ ਹੈ। ਸਤਿਗੁਰੂ ਜੀ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਰੱਬ ਦਿਸਦਾ ਨਹੀਂ ਹੈ, ਖੁਦ ਆਪ ਕਹਿੰਦੇ ਹਨ ਕਿ ਜੇ ਮਨੁੱਖ ਤੇਰੇ ਪਾਸ ਰੱਬ ਨੂੰ ਦੇਖਣ ਵਾਲੀਆਂ ਅੱਖਾਂ ਹੀ ਨਹੀਂ ਹੈ, ਉਹ ਤਾਂ ਹੋਰ ਹੀ ਅੱਖਾਂ ਹਨ ਜਿਨ੍ਹਾਂ ਨਾਲ ਪਿਆਰੇ ਪ੍ਰਭੂ ਦੇ ਦੀਦਾਰੇ ਹੋਣੇ ਹਨ। ਸੋ ਇਹ ਅੱਖਾਂ ਸਾਨੂੰ ਕੇਵਲ ਪ੍ਰਾਪਤ ਹੋਣ, ਜਿਨ੍ਹਾਂ ਨੂੰ ਗੁਰਦੇਵ ਜੀ ਨੇ ਦਿਵ ਦ੍ਰਿਸ਼ਟੀ ਤਥਾ ਸ਼ਕਤੀ ਦੀਆਂ ਅੱਖਾਂ ਵੀ ਕਿਹਾ ਹੈ, ਉਹ ਰਸਤੇ ਨੂੰ ਪ੍ਰਾਪਤ ਕਰਨ ਲਈ ਸਤਿਗੁਰ ਜੀ ਦਾ ਹੀ ਹੁਕਮ ਮੰਨਣਾ ਪਵੇਗਾ। ਹੇ ਜੀਵ, ਜੇਕਰ ਤੂੰ ਪ੍ਰਭੂ ਦੇ ਪੈ ਦੇ ਪੈਰ, ਪਿਆਰ ਦੇ ਹੱਥ ਅਤੇ ਸੁਰਤ ਦੀਆਂ ਅੱਖਾਂ ਬਣਾਈਏ, ਤਾਂ ਇਹਨਾਂ ਤਿੰਨਾਂ ਕਰਮਾਂ ਦੇ ਕਰਨ ਨਾਲ ਤੂੰ ਆਪਣੇ ਮਾਲਕ ਨੂੰ ਪ੍ਰਤੱਖ ਮਿਲ ਸਕਦਾ ਹੈ। ਭਾਵ ਕਿ ਹਰ ਵੇਲੇ ਪਰਮੇਸ਼ਵਰ ਜੀ ਦਾ ਡਰ ਹਿਰਦੇ ਵਿੱਚ ਧਾਰਨ ਕਰਨਾ ਹੈ ਕਿ ਮੇਰਾ ਮਾਲਕ ਮੇਰੇ ਸਾਰੇ ਕੀਤੇ ਕਰਮਾਂ, ਚੰਗੇ ਮਾੜੇ ਕਰਮਾਂ ਨੂੰ ਦੇਖਦਾ ਹੈ। ਹਿਰਦੇ ਵਿੱਚ ਮਾਲਕ ਦੇ ਡਰ ਕਾਰਨ ਸਾਰੇ ਮਾੜੇ ਕਰਮ ਹੌਲੀ-ਹੌਲੀ ਛੁੱਟ ਜਾਣਗੇ ਅਤੇ ਹਿਰਦਾ ਗੁਣਾਂ ਦੀ ਖਾਣ ਰਹਿ ਜਾਵੇਗਾ। ਜਿਸ ਹਿਰਦੇ ਵਿੱਚ ਗੁਣ ਵੱਧ ਗਏ, ਉੱਥੇ ਪ੍ਰਭੂ ਦਾ ਪਿਆਰ ਆ ਜਾਂਦਾ ਹੈ। ਜਿਸ ਹਿਰਦੇ ਵਿੱਚ ਪਿਆਰ ਆ ਗਿਆ, ਉੱਥੇ ਪ੍ਰਭੂ ਜੀ ਨੂੰ ਸੁਰਤੀ ਦੇ ਨੇਤਰ ਪ੍ਰਤੱਖ ਦੇਖ ਲੈਂਦੇ ਹਨ। ਡਾਕਟਰ ਸਾਹਿਬ, ਥੋੜਾ ਸਮਾਂ ਹੀ ਹੋਇਆ ਹੈ ਰੇਡੀਓ ਦੀ ਕਾਢ ਨਿਕਲੀ ਨੂੰ। ਉਹ ਆਵਾਜ਼ ਜੋ ਰੇਡੀਓ ਸਟੇਸ਼ਨ ਤੋਂ ਬੋਲੀ ਜਾਂਦੀ ਹੈ, ਸਾਰੇ ਹੀ ਵਿਆਪਕ ਤੇ ਲੇਕਿਨ ਸੁਣਾਈ ਉਸਨੂੰ ਹੀ ਦਿੰਦੀ ਹੈ ਜਿਸ ਨਾਲ ਰੇਡੀਓ ਸੈੱਟ ਹੋਵੇ। ਜੇਕਰ ਪਾਸ ਰੇਡੀਓ ਵੀ ਹੋਵੇ ਪਰ ਹੋਵੇ ਖਰਾਬ, ਜਾਂ ਅਸੀਂ ਚਾਲੂ ਹੀ ਨਾ ਕਰੀਏ, ਤਾਂ ਉਹ ਟਰਾਂਸਮੀਟਰ ਦਾ ਜਾਂ ਰਮੀ ਹੋਈ ਆਵਾਜ਼ ਦਾ ਕੋਈ ਕਸੂਰ ਤਾਂ ਨਹੀਂ, ਦੋਸ਼ ਤਾਂ ਸਾਡੇ ਵਿੱਚ ਹੈ। ਸਤਿਗੁਰ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਕਿ ਪ੍ਰਤੱਖ ਗੁਰੂ ਨੂੰ ਮੰਨੀਏ, ਮਨ ਦੇ ਅੰਦਰ ਤਾਂ ਹੀ ਪ੍ਰਭੂ ਦਿਸਦਾ ਹੈ। ਭਾਵ ਕਿ ਪਰਮਾਤਮਾ ਤਾਂ ਸਾਰੀ ਕੁਦਰਤ ਵਿੱਚ ਵਸਦਾ ਹੈ, ਦਿਸ ਰਿਹਾ ਹੈ। ਉਸ ਦੀ ਜੀਵਨ ਰੋਹ ਸਾਰੀ ਰਚਨਾ ਵਿੱਚ ਸੁਣੀ ਜਾ ਰਹੀ ਹੈ। ਉਸ ਦੇ ਕੰਮਾਂ ਤੋਂ ਜਾਪ ਰਿਹਾ ਹੈ ਕਿ ਉਹ ਕੁਦਰਤ ਮੌਜੂਦ ਹੈ। ਲੇਕਿਨ ਇਸ ਜੀਵ ਨੂੰ ਉਸ ਦੇ ਮਿਲਾਪ ਦਾ ਸਵਾਦ ਹਾਸਲ ਨਹੀਂ ਹੁੰਦਾ। ਇਹ ਕਿਉਂ? ਇਸ ਵਾਸਤੇ ਕਿ ਜੀਵ ਪਾਸ ਪਿਆਰੇ ਪ੍ਰਭੂ ਜੀ ਨੂੰ ਮਿਲਣ ਲਈ ਨਾ ਪੈਰ ਹਨ, ਨਾ ਹੱਥ ਹਨ, ਨਾ ਅੱਖਾਂ ਹਨ। ਫਿਰ ਇਹ ਕਿਵੇਂ ਪ੍ਰਭੂ ਜੀ ਦੇ ਗਲ ਲੱਗ ਸਕਦਾ ਹੈ? ਉਸ ਪ੍ਰੀਤਮ ਨੂੰ ਦੇਖਣ ਲਈ, ਮਿਲਣ ਲਈ ਉੱਪਰ ਲਿਖੇ ਹੁਕਮ ਭਾਵ ਭੈ ਤੇ ਵਿੱਚ ਚੱਲਣ ਦੀ ਜ਼ਰੂਰਤ ਹੈ। ਫਿਰ ਇਹ ਜੀਵ ਉਸ ਮਾਲਕ ਨਾਲ ਸਦੀਵੀ ਸਾਂਝ ਕਾਇਮ ਕਰ ਲਵੇਗਾ। ਇਹਨਾਂ ਵਿਚਾਰਾਂ ਨਾਲ ਡਾਕਟਰ ਕਰਤਾਰ ਸਿੰਘ ਅਤੇ ਹੋਰਾਂ ਦਾ ਮਨ ਪ੍ਰਭੂ ਪਰਮਾਤਮਾ ਦੀ ਹੋਂਦ ਨੂੰ ਮੰਨਣ ਦੇ ਕਰੀਬ ਪਹੁੰਚ ਚੁੱਕਾ ਸੀ। ਵਿਚਾਰਾਂ ਕਰਦਿਆਂ ਕਰਦਿਆਂ ਡਾਕਟਰ ਸਾਹਿਬ ਨੇ ਬਾਬਾ ਜੀ ਨਾਲ ਦੁਨਿਆਵੀ ਸਾਂਝ ਵੀ ਕੱਢ ਲਈ ਅਤੇ ਪੁੱਛਿਆ ਕਿ ਅਵਤਾਰ ਸਿੰਘ ਦਲੇਰ, ਜੋ ਕਿ ਗਠੀਏ ਦੀ ਤਕਲੀਫ ਨਾਲ ਬਿਮਾਰ ਸੀ, ਉਹ ਆਪ ਜੀ ਦੀ ਹੀ ਬਾਣੀ ਭਾਵ ਪਾਠ ਸੁਣ ਕੇ ਰਾਜੀ ਕੀਤਾ ਸੀ। ਬਾਬਾ ਜੀ ਨੇ ਉੱਤਰ ਦਿੱਤਾ, ਰਾਜੀ ਤਾਂ ਸਤਿਗੁਰ ਜੀ ਨੇ ਕੀਤਾ ਹੈ, ਮੇਰੇ ਜਿੰਮੇ ਤਾਂ ਉਸ ਨੂੰ ਗੁਰਬਾਣੀ ਸੁਣਾਉਣ ਦੀ ਸੇਵਾ ਲੱਗੀ ਸੀ। ਗੁਰਬਾਣੀ ਤੇ ਨਾਮ ਦਾ ਨਾਲ ਸਰੀਰ ਰੋਗ ਤਾਂ ਕੀ ਜਨਮਾਂ ਜਨਮਾਂਤਰਾਂ ਦੇ ਰੋਗ ਗ੍ਰਸਤ
ਹੋਏ ਜੀਵ ਆਤਮਾ ਦੀ ਆਰੋਗ ਹੋ ਜਾਂਦੀ ਹੈ। ਸਰੀਰਕ ਰੋਗ ਠੀਕ ਹੋਣੇ ਤਾਂ ਬਹੁਤ ਮਾਮੂਲੀ ਗੱਲ ਹੈ, ਕਿਉਂਕਿ ਮਾੜੇ ਕਰਮ ਕਾਰਨ ਆਤਮਾ ਰੋਗੀ ਹੁੰਦੀ ਹੈ। ਆਤਮਾ ਦੇ ਰੋਗੀ ਹੋਣ ਨਾਲ ਸਰੀਰ ਰੋਗਗ੍ਰਸਤ ਹੋ ਜਾਂਦਾ ਹੈ। ਜਦੋਂ ਡਾਕਟਰ ਸਾਹਿਬ ਜੀ ਨੂੰ ਇਹ ਪਤਾ ਲੱਗਾ ਕਿ ਆਪ ਜੀ ਭਾਵ ਬਾਬਾ ਜੀ ਨੂੰ ਉਹ ਕਮਾਈ ਵਾਲੇ ਮਹਾਪੁਰਸ਼ ਹਨ, ਜਿਨ੍ਹਾਂ ਪ੍ਰਥਾਏਂ ਮੈਂ ਕਈ ਵਾਰ ਸਰਦਾਰ ਅਵਤਾਰ ਸਿੰਘ ਪਾਸੋਂ ਸੁਣ ਚੁੱਕਾ ਹਾਂ, ਤਾਂ ਉਹਨਾਂ ਦੀ ਭਾਵਨਾ ਤੇ ਸ਼ਰਧਾ ਵਿੱਚ ਹੋਰ ਵਾਧਾ ਹੋ ਗਿਆ। ਡਾਕਟਰ ਉਹਨਾਂ ਨੇ ਬਾਬਾ ਜੀ ਨੂੰ ਕਾਫੀ ਮਜਬੂਰ ਕਰਕੇ ਆਪਣੇ ਪਾਸ ਹੀ ਅਟਕਾ ਲਿਆ ਅਤੇ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਮਨ ਵਿੱਚ ਜੋ ਹੋਰ ਸ਼ੰਕੇ ਰਹਿੰਦੇ ਸਨ ਉਹ ਵੀ ਸਾਂਝੇ ਕੀਤੇ। ਬਾਬਾ ਜੀ ਨੇ ਗੁਰਬਾਣੀ ਦੇ ਆਧਾਰ ਅਤੇ ਆਪਣੇ ਨਿੱਜੀ ਕਮਾਈ ਰਾਹੀਂ ਉਹਨਾਂ ਸ਼ੰਕਿਆਂ ਦਾ ਉੱਤਰ ਦਿੱਤਾ। ਅਖੀਰ ਬਾਬਾ ਜੀ ਨੇ ਡਾਕਟਰ ਹੁਣਾਂ ਨੂੰ ਕਿਹਾ ਕਿ ਜੇ ਤੁਸੀਂ ਸਦੀਵੀ ਸੁਖ ਮਾਨਣਾ ਚਾਹੁੰਦੇ ਹੋ ਤਾਂ ਗੁਰਬਾਣੀ ਦੀ ਖੋਜ ਕਰੋ। ਜਿਉਂ-ਜਿਉਂ ਤੁਸੀਂ ਗੁਰਬਾਣੀ ਨੂੰ ਖੋਜ ਕੇ ਪੜ੍ਹੋਗੇ, ਤੁਹਾਡੇ ਸਾਰੇ ਸ਼ੰਕੇ ਜਿਵੇਂ ਹੜ੍ਹ ਦੇ ਪਾਣੀ ਅੱਗੇ ਘਾਹ ਦੇ ਤੀਲੇ ਰੁੜ ਜਾਂਦੇ ਹਨ, ਇਸ ਪ੍ਰਕਾਰ ਦੂਰ ਹੋ ਜਾਣਗੇ। ਦੂਸਰੀ ਜ਼ਰੂਰੀ ਗੱਲ ਇਹ ਹੈ ਕਿ ਜੋ ਪੜ੍ਹੋ ਉਸ ਅਨੁਸਾਰ ਕਮਾਈ ਕਰਨੀ ਆਰੰਭ ਕਰ ਦਿਓ। ਫਿਰ ਤੁਸੀਂ ਆਪਣੇ ਹੀ ਦੇਖ ਲੈਣਾ ਕਿ ਅਸਲੀਅਤ ਕੀ ਹੈ। ਤੁਸੀਂ ਮਹਿਸੂਸ ਕਰੋਗੇ ਕਿ ਪਿਛਲਾ ਸਮਾਂ ਐਵੇਂ ਅਵਿਦਿਆ ਦੀ ਨੀਂਦ ਵਿੱਚ ਵਿਅਰਥ ਹੀ ਚਲਾ ਗਿਆ। ਡਾਕਟਰ ਸਾਹਿਬ ਇਸ ਦਰੋਂ ਤਾਂ ਕਮਾਈ ਕਰਨ ਵਾਲਾ ਸਭ ਕੁਝ ਲੈ ਜਾਂਦਾ ਹੈ ਅਤੇ ਫੋਕੀ ਦਲੀਲਬਾਜ਼ੀ ਵਾਲੇ ਖਾਲੀ ਹੀ ਰਹਿ ਜਾਂਦੇ ਹਨ। ਸੋ ਬਿਨਾਂ ਦੇਰ ਕੀਤਿਆਂ ਲੱਗ ਪਵੋ। ਜਦੋਂ ਤੁਸੀਂ ਲੱਗ ਪਏ, ਤੁਹਾਡੀ ਸੰਗਤ ਨਾਲ ਹੋਰ ਅਨੇਕਾਂ ਨੂੰ ਜੀਵਨ ਸੇਧ ਮਿਲੇਗੀ। ਬਾਬਾ ਜੀ ਨੇ ਅਮਲੀ ਜੀਵਨ ਵਾਲੀ ਸੰਗਤ ਨੇ ਥੋੜੇ ਸਮੇਂ 'ਚ ਹੀ ਡਾਕਟਰ ਹੁਣਾਂ ਦੀ ਆਤਮਾ ਤੇ ਐਸਾ ਅਸਰ ਪਾਇਆ ਕਿ ਅੱਗੇਲੇ ਦਿਨ ਹੀ ਗੁਰੂ ਮਹਾਰਾਜ ਜੀ ਦਾ ਸਰੂਪ ਘਰ ਲਿਆ ਕੇ ਸਹਿਜ ਪਾਠ ਆਰੰਭ ਕਰ ਦਿੱਤਾ। ਬਾਬਾ ਜੀ ਦਾ ਪਾਠ ਆਰੰਭ ਕਰਵਾ ਕੇ ਵਾਪਸ ਆ ਗਏ ਤੇ ਬਾਅਦ ਵਿੱਚ ਕਦੇ ਬਾਬਾ ਜੀ ਡਾਕਟਰ ਹੁਣਾਂ ਪਾਸ ਚਲੇ ਜਾਂਦੇ ਤੇ ਕਦੇ ਡਾਕਟਰ ਹੁਣੀ ਬਾਬਾ ਜੀ ਦੀ ਸੰਗਤ ਕਰਨ ਲਈ ਉਹਨਾਂ ਪਾਸ ਆ ਜਾਂਦੇ। ਥੋੜੇ ਹੀ ਸਮੇਂ ਅੰਦਰ ਆਪ ਨੂੰ ਗੁਰਬਾਣੀ ਦੀ ਕਾਫੀ ਸੋਝੀ ਹੋ ਗਈ ਅਤੇ ਆਪ ਨੇ ਗੁਰਬਾਣੀ ਅਨੁਸਾਰ ਜੀਵਨ ਢਾਲਣਾ ਆਰੰਭ ਕਰ ਦਿੱਤਾ। ਗੁਰਬਾਣੀ ਦੀ ਖੋਜ ਕਰਕੇ ਆਪ ਜੀ ਨੇ ਪੁਸਤਕਾਂ ਦੇ ਰੂਪ ਵਿੱਚ ਕਈ ਪੁਸਤਕਾਂ ਲਿਖੀਆਂ, ਜਿਸ ਨਾਲ ਆਪ ਜੀ ਨੇ ਜੋ ਮਨ ਵਿੱਚ ਗੁਰੂ ਸਾਹਿਬ ਜੀ ਨੂੰ ਪੜ੍ਹ ਕੇ ਮਨ ਵਿੱਚ ਵਿਚਾਰ ਆਏ, ਉਹਨਾਂ ਨੂੰ ਪੁਸਤਕਾਂ ਦੇ ਰੂਪ ਵਿੱਚ ਧਾਰਨ ਕੀਤਾ। ਆਪਣੇ ਗਿਆਨ ਨੂੰ ਵੰਡਿਆ। 3-3 4-4 ਦਿਨ ਵੱਖੋ-ਵੱਖ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਜਾ ਕੇ ਗੁਰੂ ਉਪਦੇਸ਼ ਦਾ ਸੰਦੇਸ਼ਾ ਹਰ ਪ੍ਰਾਣੀ ਤੱਕ ਪਹੁੰਚਾਉਣ ਦਾ ਯਤਨ ਕਰਦੇ। ਉਹ ਪ੍ਰੇਮੀ ਜੋ ਕਦੇ ਰੱਬ ਦੀ ਹੋਂਦ ਤੋਂ ਮੁਨੱਕਰ ਹੋ ਕੇ ਨਾਸਤਿਕਤਾ ਦਾ ਪ੍ਰਚਾਰਕ ਸੀ, ਹੁਣ ਸਹੀ ਸੰਗਤ ਮਿਲਣ ਅਤੇ ਗੁਰਬਾਣੀ ਦੀ ਸ਼ੋਅ ਦੁਆਰਾ ਪਰਮਾਰਥ ਦਾ ਵੱਡਾ ਪ੍ਰਚਾਰਕ ਬਣਿਆ। ਕਈ ਭੁੱਲੇ ਭਟਕੇ ਜੀਵਾਂ ਨੂੰ ਅਸਲੀ ਜੀਵਨ ਦੀ ਸੇਧ ਦਿੱਤਾ ਗਿਆ। ਡਾਕਟਰ ਕਰਤਾਰ ਸਿੰਘ ਹੋਰਾਂ ਨੇ ਟਰੈਕਟ, ਜੋ ਕਿ ਉਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ, ਉਹਨਾਂ ਦੇ ਵਿੱਚ ਆਪਣੇ ਮਨ ਦੀ ਭਾਵਨਾ, ਜੋ ਮਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਚ ਕੇ ਪੜ੍ਹ ਕੇ ਆਇਆ, ਉਹ ਲਿਖਿਆ ਤੇ ਉਹਨਾਂ ਨੂੰ ਪੜ੍ਹ ਕੇ ਕਈਆਂ ਜੀਵਾਂ ਦੀ ਜ਼ਿੰਦਗੀ ਤਰ ਗਈ। ਬਾਬਾ ਜੀ, ਬਾਬਾ ਹਰਨਾਮ ਸਿੰਘ ਜੀ ਦੀ ਸੰਗਤ ਇੱਕ ਛਿਣ, ਇੱਕ ਪਲ ਵਿੱਚ ਡਾਕਟਰ ਸਾਹਿਬ ਜੀ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਬਾਬਾ ਜੀ ਇੰਨੀ ਜ਼ਿਆਦਾ ਮਹਾਨ ਆਤਮਾ ਸੀ ਕਿ ਉਹਨਾਂ ਲਈ ਸਾਡੇ ਕੋਲ ਲਫ਼ਜ਼ ਨਹੀਂ ਹੈ। ਉਹਨਾਂ ਦੇ ਦਰਸ਼ਨ ਮਾਤਰ ਹੀ ਜੀਵ ਦਾ ਮਨ ਠੰਡਾ ਠਾਰ ਹੋ ਜਾਂਦਾ ਸੀ ਤੇ ਪਾਪ ਨਾਸ਼ ਹੋ ਜਾਂਦੇ ਸੀ ਤੇ ਅੰਦਰ ਆਪਣੇ ਆਪ ਹੀ ਬਾਣੀ ਦਾ ਫੁਰਨਾ ਚੱਲ ਪੈਂਦਾ ਸੀ। ਇੰਨੀ ਕੋਲ ਕਮਾਈ ਸੀ ਬਾਬਾ ਜੀ ਦੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।